ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਸਵਰਨ ਸਿੰਘ ਟਹਿਣਾ। ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਬੱਦਲਵਾਈ ਵੀ ਰਹੀ ਹੈ। ਤਾਪਮਾਨ 5 ਤੋਂ ਲੈ ਕੇ 6 ਡਿਗਰੀ ਤੱਕ ਥੱਲੇ ਨੂੰ ਰਿਹਾ, ਕਿਉਂਕਿ ਜਿਹੜਾ ਟੈਂਪਰੇਚਰ ਪਹਿਲਾਂ 32-33 ਡਿਗਰੀ ਹੋ ਗਿਆ ਸੀ ਉਹ ਪੰਜਾਬ ਦੇ ਵਿੱਚ 26, 27, 28 ਤੱਕ ਰਹਿ ਗਿਆ। ਕਿਉਂਕਿ ਪੰਜਾਬ ਦੇ ਵਿੱਚ ਪਿਛਲੇ 48 ਘੰਟੇ ਦੇ ਵਿੱਚ ਬੱਦਲਵਾਈ ਵੀ ਰਹੀ ਹੈ, ਤੇਜ਼ ਹਵਾ ਵੀ ਚੱਲੀ ਹੈ, ਮੀਂਹ ਵੀ ਆਇਆ, ਝੱਖੜ ਝੁੱਲਾ ਆਇਆ। ਪਰ ਮਾਝੇ ਤੇ ਮਾਲਵੇ ਦੇ ਕਈ ਹਿੱਸਿਆਂ ਦੇ ਵਿੱਚ ਕਿਸਾਨਾਂ ਦੀ ਪੁੱਤਾਂ ਵਰਗੀ ਕਣਕ ਦੀ ਫਸਲ ਹੈ ਜਿਹੜੀ ਉਹ ਤੇਜ਼ ਹਨੇਰੀ ਦੇ ਆਉਣ ਕਰਕੇ ਤੇ ਖੇਤਾਂ ਦੇ ਵਿੱਚ ਵਿਛ ਗਈ ਹੈ, ਜਿਹਦੇ ਕਰਕੇ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ ਸਰਕਾਰ ਦੇ ਕੋਲੋਂ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਗਰਦੌਰੀਆਂ ਕਰਵਾਈਆਂ ਜਾਣ। ਪਤਾ ਨਹੀਂ ਇਹ ਮੁਆਵਜ਼ਾ ਮਿਲਣਾ ਕਿ ਨਹੀਂ ਮਿਲਣਾ, ਪਰ ਇਹ ਖੇਤੀ ਕਰਮਾਂ ਛੇਤੀ ਸਿਆਣੇ ਐਵੇਂ ਨਹੀਂ ਕਹਿੰਦੇ। ਜਦੋਂ ਮੀਂਹ ਦੀ ਲੋੜ ਹੁੰਦੀ ਆ ਉਦੋਂ ਮੀਂਹ ਪੈਣਾ ਨਹੀਂ, ਜਦੋਂ ਫਸਲ ਪੱਕਣ ਦੇ ਉੱਤੇ ਆਈ ਹੋਵੇ ਜਾਂ ਪੱਕ ਚੁੱਕੀ ਹੋਵੇ ਉਦੋਂ ਮੀਂਹ ਤੇ ਗੜੇਮਾਰੀ ਹੁੰਦੀ ਆ। ਇਹਦੇ ਕਰਕੇ ਕਿਸਾਨੀ ਕਿੰਨੀ ਨੁਕਸਾਨੀ ਜਾਂਦੀ ਹੈ ਕੁਦਰਤ ਦੀ ਮਾਰ ਦੇ ਕਰਕੇ, ਆਪਾਂ ਸਾਰੇ ਜਾਣਦੇ ਹੀ ਹਾਂ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣਾ ਤੇ 25 ਤਰੀਕ ਨੂੰ ਪੰਜਾਬ ਦੇ ਵਿੱਚ ਬੱਦਲਵਾਈ ਦੀ ਫਿਰ ਸੰਭਾਵਨਾ ਪ੍ਰਗਟਾਈ ਗਈ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਜੁੜੀ ਹੋਈ ਆ। ਕੋਈ ਬੰਦਾ ਬਹੁਤ ਚੰਗਾ ਕੰਮ ਕਾਜ ਕਰਦਾ ਹੋਵੇ, ਆਪਾਂ ਉਹਨੂੰ ਖੁਦ ਬੇਨਤੀ ਕਰਦੇ, ਤਰਲਾ ਮਾਰਦੇ ਹਾਂ, ਉਹਦੇ ਅੱਗੇ ਹੱਥ ਜੋੜਦੇ ਹਾਂ, ਉਹਦੀ ਮਿਹਨਤ ਕਰਦੇ ਹਾਂ ਵੀ ਨਹੀਂ ਤੇਰੇ ਬਿਨਾਂ ਸਰਨਾ ਨਹੀਂ, ਤੂੰ ਇਹ ਕੰਮ ਨੂੰ ਕਰ ਸਕਦਾ, ਤੂੰ ਹੀ ਇਹ ਕਰਨਾ, ਸਾਡੀ ਮਿਹਨਤ ਆ, ਨਹੀਂ ਤਾਂ ਕੰਮ ਬਹੁਤ ਵਿਗੜ ਜਾਣਾ। ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਖੁਦ ਇਹ ਗੱਲ ਕਹਿ ਰਹੇ ਆ ਕਿ ਮੈਂ ਪੰਜਾਬ ਦੇ ਸਾਰੇ ਮਸਲੇ ਹੱਲ ਕਰਨੇ ਆ, ਮੈਂ ਪੰਜਾਬ ਦੇ ਮਸਲੇ ਹੱਲ ਕੀਤੇ ਬਿਨਾਂ ਕਿਤੇ ਨਹੀਂ ਜਾ ਸਕਦਾ। ਮੈਨੂੰ ਪਤਾ ਪੰਜਾਬ ਦੇ ਮਸਲੇ ਕਿਹੜੇ ਕਿਹੜੇ ਆ। ਮੈਂ ਪੰਜਾਬ ਦੇ ਵਿੱਚ 52 ਸਾਲ ਤੋਂ ਸਰਗਰਮ ਰਾਜਨੀਤੀ ਦੇ ਵਿੱਚ ਹਾਂ ਤੇ ਇਸ ਕਰਕੇ ਜਿੰਨੀ ਦੇਰ ਤੱਕ ਪੰਜਾਬ ਦੇ ਸਾਰੇ ਮਸਲੇ ਹੱਲ ਨਹੀਂ ਹੁੰਦੇ ਉਨੀ ਦੇਰ ਤੱਕ ਮੈਂ ਕਿਤੇ ਵੀ ਨਹੀਂ ਚੱਲਿਆ। ਉਹਨਾਂ ਨੇ ਇਹ ਗੱਲ ਕਹੀ ਆ ਕਿ 85% ਦੀ ਵਾਅਦੇ ਅਸੀਂ ਪੂਰੇ ਕਰ ਦਿੱਤੇ ਆ, ਜਿਹੜੇ ਥੋੜ੍ਹੇ ਬਹੁਤੇ ਰਹਿੰਦੇ ਆ ਉਹ ਅਸੀਂ ਪੂਰੇ ਕਰ ਦੇਣੇ ਆ, ਹਾਲੇ ਇੱਕ ਵਰ੍ਹਾ ਬਾਕੀ ਪਿਆ। ਪਰ ਹੁਣ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਕਿਸਮ ਦੇ ਸਵਾਲ ਆ, ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ। ਕੈਪਟਨ ਸਾਹਿਬ ਕਹਿੰਦੇ ਕਿ 85% ਲੋਕਾਂ ਨੇ ਮਸਲੇ ਅਸੀਂ ਹੱਲ ਕਰਤੇ, ਯਾਨੀ ਕਿ 85% ਦੀ ਵਾਅਦੇ ਪੂਰੇ ਕਰਤੇ ਆ। ਪਰ ਵੱਡੀ ਗਿਣਤੀ 'ਚ ਲੋਕ ਇਹ ਗੱਲ ਕਹਿੰਦੇ ਵੀ ਉਹ ਬੰਦੇ ਹੈ ਕਿੱਥੇ ਜਿਹੜੇ ਕਿ ਸੰਤੁਸ਼ਟ ਆ, ਉਹ ਪੰਜਾਬ ਦੇ ਕਿਹੜੇ ਪਿੰਡ ਸ਼ਹਿਰ ਕਸਬੇ ਦੇ ਵਿੱਚ ਵਸਦੇ ਆ ਜਿਹੜੇ ਇਹ ਗੱਲ ਕਹਿੰਦੇ ਵੀ ਹਾਂ ਸਾਨੂੰ ਪਤਾ ਵੀ 85% ਦੀ ਵਾਅਦੇ ਪੂਰੇ ਹੋ ਗਏ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2017 ਦੀਆਂ ਚੋਣਾਂ ਲੜਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਜੀ ਕਿ ਇਹ ਮੇਰੀ ਆਖਰੀ ਚੋਣ ਆ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਆਖਰੀ ਵਾਰੀ ਪੰਜਾਬ ਦੇ ਲਈ ਕੁਝ ਕਰ ਲੈਣ ਦਿਓ, ਇਹ ਮੈਂ ਆਖਰੀ ਚੋਣ ਲੜਨੀ ਆ, ਇੱਕ ਵਾਰ ਮੈਨੂੰ ਮੌਕਾ ਮਿਲ ਜੇ ਤੇ ਮੈਂ ਪੰਜਾਬ ਦਾ ਬਹੁਤ ਵੱਡੇ ਪੱਧਰ 'ਤੇ ਨਕਸ਼ ਸਵਾਰ ਕੇ ਰੱਖ ਦੇਣਾ। ਪਰ ਜਦੋਂ ਉਹ ਸੱਤਾ ਦੇ ਵਿੱਚ ਆ ਗਏ, ਮੁੱਖ ਮੰਤਰੀ ਬਣ ਗਏ, ਕੁਝ ਕੁ ਮਹੀਨਿਆਂ ਬਾਅਦ ਉਹਨਾਂ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਮਸਲੇ ਹੈਗੇ ਬੁਰਜ ਖਲੀਫੇ ਜਿਹੜੇ ਇਸ ਕਰਕੇ ਮੈਂ ਕਿਤੇ ਨਹੀਂ ਚੱਲਿਆ ਜਿੰਨੀ ਦੇਰ ਤੱਕ ਪੰਜਾਬ ਦਾ ਆਖਰੀ ਮਸਲਾ ਵੀ ਹੱਲ ਨਹੀਂ ਹੋ ਜਾਂਦਾ। ਤੇ ਹੁਣ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ 2022 ਦੇ ਵਿੱਚ ਮੈਂ ਚੋਣ ਫਿਰ ਲੜੂੰਗਾ ਹੀ ਲੜੂੰਗਾ, ਸਰਕਾਰ ਸਾਡੀ ਬਣੂਗੀ ਹੀ ਬਣੂਗੀ। ਮਤਲਬ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਮੁੱਖ ਮੰਤਰੀ ਬਣਨ ਦੇ ਚਾਹਵਾਨ ਆ। ਉਹਨਾਂ ਨੇ ਕਿਹਾ ਜੀ ਕਿ ਅਗਲੀ ਵਾਰ ਜਾਂ ਇਸ ਵਾਰ ਵੀ ਮੇਰਾ ਸਭ ਤੋਂ ਪਹਿਲਾ ਅਤੇ ਵੱਡਾ ਮਨੋਰਥ ਇਹ ਆ ਕਿ ਉਦਯੋਗਾਂ ਦੇ ਮਾਮਲੇ ਦੇ ਵਿੱਚ ਤੇ ਖੇਤੀਬਾੜੀ ਦੇ ਖੇਤਰ ਦੇ ਵਿੱਚ ਚਮਤਕਾਰ ਕਰਕੇ ਦਿਖਾਈਏ। ਸੋ ਲੋਕ ਇਹਨਾਂ ਬਿਆਨਾਂ ਦੇ ਉੱਤੇ ਹੱਸਣ ਜਾਂ ਇਹਨਾਂ ਬਿਆਨਾਂ ਨੂੰ ਸਮਝਣ ਜਾਂ ਗੰਭੀਰ ਹੋਣ, ਇਹ ਲੋਕਾਂ ਦੀ ਆਪੋ ਆਪਣੀ ਮਰਜ਼ੀ ਹੈਗੀ ਆ। ਪਰ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿ ਰਹੇ ਆ ਕਿ ਕੇਜਰੀਵਾਲ ਝੂਠਾ ਨਹੀਂ ਭੰਡ ਹੈ। ਉਹ ਇਹ ਗੱਲ ਕਹਿੰਦੇ ਆ ਵੀ ਕੇਜਰੀਵਾਲ ਬਾਗੇ ਪੁਰਾਣੇ ਦੇ ਵਿੱਚ ਆਇਆ, ਉਹਨੇ ਕੁਫਰ ਤੋਲੇ ਆ, 17 ਦੇ ਵਿੱਚ ਵੀ ਕੁਫਰ ਤੋਲੇ ਸੀ, ਗੱਲ ਨਹੀਂ ਬਣੀ, ਹੁਣ ਵੀ ਕੁਫਰ ਤੋਲਦੇ ਆ, ਗੱਲ ਫੇਰ ਨਹੀਂ ਬਣਨੀ। ਉਧਰੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਕਈ ਸਿਆਸੀ ਪਾਰਟੀਆਂ ਦੇ ਆਗੂ ਇਹ ਗੱਲ ਕਹਿੰਦੇ ਆ ਵੀ ਕੇਜਰੀਵਾਲ ਵੀ ਕੁਫਰ ਤੋਲਦਾ, ਕੈਪਟਨ ਅਮਰਿੰਦਰ ਸਿੰਘ ਵੀ ਕੁਫਰ ਤੋਲਦਾ। ਉਧਰੋਂ ਇਹ ਗੱਲ ਕਹੀ ਹੈਗੀ ਆ ਸੁਰਜੀਤ ਕੁਮਾਰ ਜਾਣੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਅਸੀਂ ਵੱਡੀ ਝੂਠੀ ਮੰਨੀਏ ਜਾਂ ਆਮ ਆਦਮੀ ਪਾਰਟੀ ਨੂੰ ਝੂਠੀ ਵੱਧ ਮੰਨੀਏ। ਮਤਲਬ ਇਹ ਆ ਕਿ ਪੰਜਾਬ ਦੇ ਵਿੱਚ 1 ਸਾਲ ਪਹਿਲਾਂ ਹੀ ਝੂਠੀ ਸਿਲਸਿਲਾ ਸ਼ੁਰੂ ਹੋਇਆ ਪਿਆ। ਕੌਣ ਵੱਡਾ ਝੂਠਾ ਤੇ ਕੌਣ ਛੋਟਾ ਝੂਠਾ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਆਮ ਲੋਕਾਂ ਨੂੰ ਵੀ। ਪਰ ਜਿਵੇਂ ਜਿਵੇਂ ਵੋਟਾਂ ਦਾ ਸਮਾਂ ਨੇੜੇ ਆਊਗਾ ਉਵੇਂ ਉਵੇਂ ਪੰਜਾਬ ਦੇ ਵਿੱਚ ਬਹੁਤ ਕੁਝ ਹੋਣਾ ਬਾਕੀ ਆ। ਇਹ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਕਿ ਉਹ ਕਿੰਨੇ ਫੀਸਦੀ ਸੰਤੁਸ਼ਟ ਆ। ਜੇ ਤਾਂ ਬਹੁਤ ਸੰਤੁਸ਼ਟ ਆ ਤਾਂ ਵੀ ਸਾਨੂੰ ਕੋਈ ਇਤਰਾਜ਼ ਨਹੀਂ, ਤੇ ਜੇਕਰ ਨਹੀਂ ਸੰਤੁਸ਼ਟ ਤਾਂ ਉਹ ਆਪਣੀ ਰਾਏ ਆ ਜਿਹੜੀ ਉਹ ਪੇਸ਼ ਕਰ ਸਕਦੇ ਆ। ਪਰ ਪੰਜਾਬ ਦੇ ਮਸਲੇ ਊਠ ਦੇ ਬੁੱਲ ਵਾਂਗੂ ਲਟਕਦੇ ਹਨ ਤੇ ਪਤਾ ਨਹੀਂ ਕਿੰਨਾ ਸਮਾਂ ਲਟਕਦੇ ਰਹਿਣੇ ਆ। ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਆਮਦਨ ਦੇ ਵਸੀਲੇ ਨਵੇਂ ਸਿਰੋਂ ਨਹੀਂ ਘੜੇ ਜਾਂਦੇ ਉਨੀ ਦੇਰ ਤੱਕ ਪੰਜਾਬ ਦੇ ਵਿੱਚ ਕੋਈ ਵਿਕਾਸ ਨਹੀਂ ਹੋਣਾ। ਅੱਜ ਪੰਜਾਬ ਦੇ ਵਿੱਚ ਕਿਸੇ ਵੀ ਸ਼ਹਿਰ 'ਚ ਇੱਕ ਪੁਲ ਬਣਨ ਲੱਗ ਪਏ, ਅੱਜ ਪੁਲ ਦੇ ਲਈ ਸੜਕ ਪੱਟੀ, ਇਹ ਨਹੀਂ ਪਤਾ 5 ਸਾਲਾਂ 'ਚ ਬਣਨਾ ਕਿ 15 ਸਾਲਾਂ ਦੇ ਵਿੱਚ ਬਣਨਾ, ਕੋਈ ਸਮੇਂ ਦੇ ਨਾਲ ਜੁੜੀ ਹੋਈ ਗੱਲ ਨਹੀਂ ਆ। ਕੋਈ ਸੜਕ ਅੱਜ ਸ਼ੁਰੂ ਹੋ ਜੇ ਇਹ ਨਹੀਂ ਪਤਾ ਪਹਿਲੀ ਗੱਲ ਨੇਪਰੇ ਕਦੋਂ ਚੜ੍ਹਨੀ ਆ, ਤੇ ਜਦੋਂ ਅਖੀਰ ਵਾਲਾ ਟੋਟਾ ਬਣੀ ਜਾਂਦਾ ਹੁੰਦਾ
ਦਾ ਇਹ ਨਹੀਂ ਪਤਾ ਪਹਿਲਾਂ ਵਾਲਾ ਟੋਟਾ ਨਾਲ ਦੀ ਨਾਲ ਟੁੱਟਣ ਲੱਗ ਪਵੇ। ਇਹ ਹਾਲਾਤ ਪੰਜਾਬ ਦੇ ਵਿੱਚ ਵਿਕਾਸ ਦੇ ਆ। ਪੰਜਾਬ ਦੀਆਂ ਕਿੰਨੀਆਂ ਕੁ ਲਿੰਕ ਸੜਕਾਂ ਜਿਹੜੀਆਂ ਬਣੀਆਂ ਹੋਈਆਂ, ਜਲੰਧਰ ਸ਼ਹਿਰ ਦੇ ਵਿੱਚ ਰਹਿੰਦੇ ਆ, ਕਿਹੜੀ ਸੜਕ ਇਹੋ ਜਿਹੀ ਜਿਹੜੀ ਮਖਮਲੀ ਬਣੀ ਹੋਈ ਹੈ। ਸੋ ਬਹੁਤ ਸਾਰਾ ਕੰਮ ਅੱਧਾ ਅਧੂਰਾ ਪਿਆ। ਪਤਾ ਨਹੀਂ ਵੀ ਇਹ ਬਾਕੀ 15% ਦੀ ਵਾਅਦਿਆਂ ਦੇ ਵਿੱਚ ਹੈ ਜਾਂ ਇਹ ਵੀ 85% ਦੀ ਵਾਅਦਿਆਂ ਦੇ ਵਿੱਚ ਪਾ ਦਿੱਤਾ ਗਿਆ, ਪਰ ਮਸਲੇ ਬਹੁਤ ਵੱਡੇ ਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹੜੀਆਂ ਗੱਲਾਂ ਕਹੀਆਂ ਵੀ ਮੈਂ ਕਿਉਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਸਰਗਰਮ ਰਵਾਂ, ਮੈਂ ਕਿਉਂ ਚਾਹੁੰਦਾ ਕਿ ਪੰਜਾਬ ਦੀ ਸੇਵਾ ਇਉਂ ਹੀ ਕਰਦਾ ਰਵਾਂ। ਪਹਿਲਾਂ ਰਿਪੋਰਟ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਕਿ ਉਹ ਅਗਲੀਆਂ ਚੋਣਾਂ ਵੀ ਲੜਨ ਜਾ ਰਹੇ ਨੇ। ਉਹਨਾਂ ਨੇ ਇਹ ਖੁਲਾਸਾ ਖੁਦ ਹੀ ਕੀਤਾ। ਕੈਪਟਨ ਨੇ ਕਿਹਾ ਕਿ ਉਹ ਪੰਜਾਬ ਦੀ ਸਥਿਤੀ ਨੂੰ ਸੁਧਾਰਨ ਵਾਸਤੇ ਅਗਲੀਆਂ ਚੋਣਾਂ ਲੜਨਗੇ। ਖਾਸ ਗੱਲ ਇਹ ਹੈ ਕਿ 2017 ਦੇ ਵਿੱਚ ਉਹਨਾਂ ਕਿਹਾ ਸੀ ਕਿ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਦਾ ਇਹ ਆਖਰੀ ਕਾਰਜਕਾਲ ਹੈ। 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਇਸ ਦੇ ਨਾਲ ਹੀ ਉਹਨਾਂ ਨੇ ਖੇਤੀਬਾੜੀ ਤੇ ਸਨਅਤੀ ਖੇਤਰ ਦੇ ਵਿੱਚ ਸੂਬੇ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਦੀ ਗੱਲ ਕਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸਾਲ 2017 ਦੇ ਵਿੱਚ ਆਖਰੀ ਕਾਰਜਕਾਲ ਦੇ ਬਿਆਨ ਬਾਰੇ ਸਵਾਲ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸੂਬੇ ਦੇ ਨਾਲ ਰਹਿਣ ਵਾਸਤੇ 2 ਵਾਰ ਸੰਸਦ ਮੈਂਬਰੀ ਤੋਂ ਅਸਤੀਫਾ ਦਿੱਤਾ ਤੇ ਰਾਜ ਦੀ ਸਹਾਇਤਾ ਕਰਨਾ ਮੇਰਾ ਫਰਜ਼ ਹੈ। ਰਾਜਨੀਤੀ ਦੇ ਵਿੱਚ ਮੇਰਾ 52ਵਾਂ ਸਾਲ ਹੈ ਤੇ ਮੈਨੂੰ ਲੱਗਦਾ ਕਿ ਪੰਜਾਬ ਨੂੰ ਉਦਯੋਗਿਕ ਤੇ ਖੇਤੀਬਾੜੀ ਦੇ ਗੜਬੜ ਦੇ ਵਿੱਚੋਂ ਬਾਹਰ ਕੱਢਣਾ ਮੇਰੀ ਜ਼ਿੰਮੇਵਾਰੀ ਹੈ। ਇਸ ਲਈ ਮੈਂ ਅਗਲੀਆਂ ਚੋਣਾਂ ਲੜਨ ਤੇ ਜਿੱਤਣ ਬਾਰੇ ਸੋਚ ਰਿਹਾ। ਜਦੋਂ ਉਹਨਾਂ ਨੂੰ ਫੈਸਲੇ ਨੂੰ ਬਦਲਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਸਾਨੂੰ ਨਹੀਂ ਸੀ ਪਤਾ ਕਿ ਅਸੀਂ ਕਿੱਥੇ ਜਾ ਰਹੇ ਹਾਂ। ਪਿਛਲੀ ਸਰਕਾਰ ਕਰਕੇ ਰਾਜ ਦੀ ਵਿੱਤੀ ਹਾਲਤ ਵਿਗੜ ਗਈ ਸੀ। ਕੈਪਟਨ ਨੇ ਕਿਹਾ ਉਦਯੋਗਿਕ ਖੇਤਰ ਵੀ ਗੜਬੜੀਆਂ ਦਾ ਸ਼ਿਕਾਰ ਸੀ, ਪਰ ਸ਼ੁਕਰ ਹੈ ਮੈਂ ਇੱਥੇ 71,000 ਕਰੋੜ ਰੁਪਏ ਦਾ ਕਾਰੋਬਾਰ ਲਿਆਇਆ। ਇਸ ਦੌਰਾਨ ਉਹਨਾਂ ਖੇਤੀਬਾੜੀ ਸੈਕਟਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਸ ਸਾਲ ਵੀ ਖੇਤੀਬਾੜੀ ਚੰਗੀ ਰਹੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬਿਨਾਂ ਕਿਸੇ ਸ਼ੱਕ ਦੇ ਗੱਲ ਕਹਿਣੀ ਬਣਦੀ ਆ ਕਿ 4 ਸਾਲ ਦੇ ਵਰ੍ਹਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਹ ਕੁਝ ਨਹੀਂ ਕਰ ਸਕੀ ਜਿਹੜੇ ਕੁਝ ਦਾ ਕਿਆਸ ਕੀਤਾ ਸੀ ਜਾਂ ਜਿਹੜੇ ਵਾਅਦੇ ਕੀਤੇ ਸੀ। ਅੰਦਾਜ਼ਾ ਇਸ ਗੱਲ ਦਾ ਸੀ ਕਿ 10 ਸਾਲ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਰਹੀ ਹੈ। ਹੁਣ 17 ਦੇ ਵਿੱਚ ਸਰਕਾਰ ਬਦਲੀ ਹੈ, ਕੋਈ ਚਮਤਕਾਰ ਹੋਊਗਾ, ਪਰ ਹਾਲੇ ਤੱਕ ਤਾਂ ਹੋਇਆ ਨਹੀਂ। ਆਉਂਦੇ ਸਮੇਂ ਦੇ ਵਿੱਚ ਚਮਤਕਾਰ ਕੀ ਹੋਊਗਾ ਇਹਦੇ ਬਾਬਤ ਅਸੀਂ ਹੁਣੇ ਕੋਈ ਭਵਿੱਖਬਾਣੀ ਕਰ ਨਹੀਂ ਸਕਦੇ। ਪਰ ਕੈਪਟਨ ਅਮਰਿੰਦਰ ਸਿੰਘ ਇਸ ਵਕਤ ਇਹ ਗੱਲ ਕਹਿ ਰਹੇ ਜੀ ਕਿ ਅਸੀਂ ਲਹਿਰਾਂ ਬਹਿਰਾਂ ਲਾਈਆਂ ਹੋਈਆਂ, ਹਰ ਖੇਤਰ ਦੇ ਵਿੱਚ ਕਮਾਲ ਕੀਤੀ ਪਈ ਹੈ। ਕਰਜ਼ਾ ਮਾਫੀ ਅਸੀਂ ਕੀਤੀ ਹੈ, ਰੁਜ਼ਗਾਰ ਅਸੀਂ ਬਹੁਤ ਦਿੱਤੇ ਆ, ਬੁਢਾਪਾ ਪੈਨਸ਼ਨ ਅਸੀਂ ਵਧਾ ਦਿੱਤੀ ਹੈ, ਸ਼ਗਨ ਸਕੀਮ ਅਸੀਂ ਵਧਾ ਦਿੱਤੀ ਹੈ, ਪਰ ਉਹ ਕਿਹੜੇ ਮੋੜ ਦੇ ਉੱਤੇ ਆ ਕੇ ਵਧਾਈ ਹੈ ਇਹਦੇ ਬਾਬਤ ਨਹੀਂ ਗੱਲ ਦੱਸਦੇ ਗੇ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਅਖਬਾਰਾਂ ਦੇ ਵਿੱਚ ਇੱਕ ਸਫ਼ੇ ਦਾ ਇਸ਼ਤਿਹਾਰ ਛਪ ਰਿਹਾ, ਹਰ ਰੋਜ਼ ਛਪ ਰਿਹਾ। ਉਹ ਪੈਸੇ ਵੀ ਲੋਕਾਂ ਦੀ ਜੇਬ ਦੇ ਵਿੱਚੋਂ ਜਾਣੇ ਆ, ਇਸ਼ਤਿਹਾਰਾਂ ਦੇ ਜਿਹੜੇ ਭੁਗਤਾਨ ਕਰਦੇ ਉਹਨਾਂ ਦੇ। ਸੋ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਹੈ ਗੱਲ ਕਿ ਅਸੀਂ ਆਹ ਵੀ ਵਾਅਦੇ ਪੂਰੇ ਕਰਤੇ, ਅਸੀਂ ਆਹ ਵੀ ਵਾਅਦੇ ਪੂਰੇ ਕਰਤੇ, ਪਰ ਲੋਕਾਂ ਦਾ ਇਹ ਕਹਿਣਾ ਕਿ ਜੇਕਰ ਵਾਅਦੇ ਪੂਰੇ ਕੀਤੇ ਹੋਣ ਤਾਂ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਉੱਤੇ ਆ ਕੇ ਤਾਂ ਦੱਸਣ ਦੀ ਲੋੜ ਨਹੀਂ ਪੈਂਦੀਗੀ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਪੰਜਾਬ ਦੇ ਮੂਹਰੇ ਦਰਪੇਸ਼ ਚੁਣੌਤੀਆਂ ਕਿੰਨੀਆਂ ਵੱਡੀਆਂ ਆਪਾਂ ਜਾਣਦੇ ਹੀ ਆ। ਪੰਜਾਬ ਦੇ ਵਿੱਚ ਬੇਰੁਜ਼ਗਾਰੀ, ਪੰਜਾਬ ਦੇ ਵਿੱਚ ਨਸ਼ਾ, ਪੰਜਾਬ ਦੇ ਵਿੱਚ ਮਹਿੰਗਾਈ ਕਿਵੇਂ ਸਿਖਰ ਦੇ ਉੱਤੇ ਪਹੁੰਚੀ ਹੋਈ ਹੈ, ਪਰ ਇਹਨਾਂ ਮਸਲਿਆਂ ਦੇ ਵੱਲ ਗੌਰ ਫਰਮਾਈ ਕੋਈ ਵੀ ਨਹੀਂ ਕਰਦਾ। ਸਿਰਫ ਤੇ ਸਿਰਫ ਇਹ ਗੱਲ ਕਹੀ ਜਾਂਦੀ ਕਿ ਅਸੀਂ ਆਹ ਵੀ ਕਰ ਦਿਆਂਗੇ, ਮੁਫਤ ਚਾਹ ਵੀ ਦੇ ਦਿਆਂਗੇ। ਇਹਦੇ ਨਾਲ ਵੋਟ ਬੈਂਕ ਤਾਂ ਨਾਲ ਜੁੜੀ ਰਹਿ ਸਕਦੀ ਹੈ, ਪਰ ਪੰਜਾਬ ਦਾ ਅਸਲ ਮਸਲਾ ਹੱਲ ਕਿਵੇਂ ਹੋਊਗਾ, ਸਵਾਲ ਇਹ ਪੈਦਾ ਹੁੰਦਾ। ਦੂਜੀ ਗੱਲ ਇਹ ਆ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਕਰੋਨਾ ਦੇ ਮੁਤਲਕ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਕਿ ਅਸੀਂ 400 ਤੋਂ ਵੱਧ ਨਮੂਨੇ ਜਿਹੜੇ ਉਹ ਸੈਂਪਲਿੰਗ ਵਾਸਤੇ ਭੇਜੇ ਸੀਗੇ। ਜਾਣਕਾਰੀ ਸਾਨੂੰ ਪਤਾ ਲੱਗੇ ਵੀ ਕਿਸ ਤਰੀਕੇ ਦੇ ਨਾਲ ਕਰੋਨਾ ਦਾ ਕਿਹੜਾ ਸਰੂਪ ਆ ਜਿਹੜਾ ਪ੍ਰਭਾਵਿਤ ਕਰ ਰਿਹਾ ਇਸ ਵਕਤ ਪੰਜਾਬ ਦੇ ਵਿੱਚ, ਕਿਹੜਾ ਸਰੂਪ ਆ ਜਿਹੜਾ ਉਹ ਪੈਰ ਪਸਾਰ ਰਿਹਾ। ਉਹਨਾਂ ਨੇ ਕਿਹਾ ਜੀ ਕਿ 400 ਦੇ ਕਰੀਬ ਜਿਹੜੇ ਨਮੂਨੇ ਭੇਜੇ, ਇਹਦੇ ਵਿੱਚੋਂ 80% ਤੋਂ ਵੱਧ ਉਸ ਰੂਪ ਦਾ ਕਰੋਨਾ ਪਾਇਆ ਗਿਆ ਜਿਹੜਾ ਕਿ ਇਸ ਵਕਤ ਇੰਗਲੈਂਡ ਦੇ ਵਿੱਚ ਚੱਲ ਰਿਹਾ। ਜਿਹੜੀ ਇੰਗਲੈਂਡ ਦੇ ਵਿੱਚ ਕਿਸਮ ਆ ਉਹ ਪੰਜਾਬ ਦੇ ਵਿੱਚ ਪਾਏ ਜਾ ਰਹੇ ਮਰੀਜ਼ਾਂ ਦੇ ਵਿੱਚ ਵੀ ਪਾਈ ਜਾ ਰਹੀ ਹੈ। ਕਰੋਨਾ ਇਸ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਲਗਾਤਾਰ ਫੈਲ ਰਿਹਾ। ਉਹਨਾਂ ਨੇ ਕਿਹਾ ਜੀ ਕਿ ਸਖਤੀਆਂ ਸੀ ਕੀਤੀਆਂ, ਲੋਕ ਇਸ ਮਹਾਮਾਰੀ ਦਾ ਟਾਕਰਾ ਕਰਨ ਦੇ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣ, ਵੈਕਸੀਨ ਹੈ ਜਿਹੜੀ ਉਹ ਲਗਾਤਾਰ ਲਵਾਈ ਜਾਵੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਸਰੀਰਕ ਦੂਰੀ ਦਾ ਪਾਲਣ ਕਰੀਏ, ਮਾਸਕ ਦੀ ਵਰਤੋਂ ਜ਼ਰੂਰ ਕਰੀਏ, ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਹੋਰ ਵੀ ਮਹਾਮਾਰੀ ਭਿਆਨਕ ਰੂਪ ਧਾਰਨੀ ਹੋਈ ਤਾਂ ਫਿਰ ਅਸੀਂ ਹੋਰ ਵੀ ਸਖਤੀਆਂ ਕਰ ਸਕਦੇ ਹਾਂ। ਪੰਜਾਬ ਦੇ ਵਿੱਚ ਇਹ ਵੀ ਦੱਸਣਾ ਬਣਦਾ ਕਿ ਲੰਘੇ ਕੱਲ੍ਹ 50 ਤੋਂ ਵੱਧ ਮੌਤਾਂ ਹੋਈਆਂ, 2300 ਤੋਂ ਵੱਧ ਲੰਘੇ ਕੱਲ੍ਹ ਪੰਜਾਬ ਦੇ ਵਿੱਚ ਨਵੇਂ ਕੇਸ ਆਏ ਆ। ਪਰ ਸਵਾਲ ਫਿਰ ਉੱਥੇ ਆ ਕੇ ਖੜ੍ਹ ਜਾਂਦਾ ਹੈ ਵੀ ਚਲੋ ਕਰੋਨਾ ਹੈਗਾ, ਅਸੀਂ ਮੰਨਦੇ ਹਾਂ, ਮੈਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ, ਪਰ ਇਹ ਕਰੋਨਾ ਰਾਜਨੀਤਿਕ ਰੈਲੀਆਂ ਦੇ ਵੱਲ ਕਿਉਂ ਨਹੀਂ ਜਾਂਦਾ? ਆਮ ਆਦਮੀ ਪਾਰਟੀ ਨੇ ਹੁਣੇ ਰੈਲੀ ਕੀਤੀ ਹੈ, ਪੱਛਮੀ ਬੰਗਾਲ ਤੇ ਬਾਕੀ ਹੋਰ ਸੂਬਿਆਂ ਦੇ ਵਿੱਚ ਰੈਲੀਆਂ ਚੱਲ ਰਹੀਆਂ, ਅਕਾਲੀ ਦਲ ਨੇ ਪੰਜਾਬ ਦੇ ਵਿੱਚ ਕਈ ਰੈਲੀਆਂ ਕੀਤੀਆਂ, ਉਦੋਂ ਕਰੋਨਾ ਕਿਉਂ ਨਹੀਂ ਹੁੰਦਾਗਾ? ਤੇ ਜੇਕਰ ਕਾਰ ਦੇ ਵਿੱਚ 4 ਜਾਣੇ 2 ਜਾਣੇ ਬੈਠੇ ਹੋਣ, ਉਹਨਾਂ ਨੇ ਮਾਸਕ ਨਾ ਪਾਇਆ ਹੋਵੇ ਤਾਂ ਫਿਰ 1000 ਰੁਪਏ ਦਾ ਜੁਰਮਾਨਾ ਹੋਣ ਤੋਂ ਬਾਅਦ ਇਹ ਕਰੋਨਾ ਭੱਜ ਜਾਂਦਾ। ਰੈਲੀ ਦੇ ਵਿੱਚ 20,000 ਬੰਦਾ ਹੋਵੇ, 50,000 ਹੋਵੇ, ਉੱਥੇ ਕਿਉਂ ਨਹੀਂ ਕਰੋਨਾ ਆਉਂਦਾ? ਇਹ ਕਿਹੜੇ ਕਾਰਨ ਆ ਵੀ ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਕਰਤੇ ਆ?
ਪਰ ਧਾਰਮਿਕ ਥਾਵਾਂ ਦੇ ਉੱਤੇ ਕਰੋਨਾ ਬਿਲਕੁਲ ਨਹੀਂ ਹੁੰਦਾ ਗਾ। ਇਹ ਕਿਹੜੇ ਕਾਰਨ ਆ ਕਿ ਅਸੀਂ ਕਹਿੰਦੇ ਆ ਵੀ ਕਿ 100 ਤੋਂ ਵੱਧ ਬੰਦਾ ਸ਼ਾਪਿੰਗ ਮਾਲ 'ਚ ਨਹੀਂ ਜਾ ਸਕਦਾ, ਤੇ ਅਸੀਂ ਐਤਵਾਰ ਨੂੰ ਤੇ ਰਾਤ ਦੇ ਵੇਲੇ ਜਿਹੜਾ ਉਹ ਮੁਕੰਮਲ ਬੰਦ ਦੀ ਗੱਲ ਵੀ ਕਰਦੇ ਆ। ਐਤਵਾਰ ਨੂੰ ਵੀ ਸਖਤ ਨਿਯਮ ਕੀਤੇ ਗਏ ਆ, ਪਰ ਸਿਨੇਮਾ ਘਰ ਦੇ ਵਿੱਚ ਜੇਕਰ 300 ਸੀਟ ਹੈਗੀ ਆ, 150 ਸੀਟ ਦੇ ਉੱਤੇ ਜੇਕਰ ਲੋਕ ਬੈਠੇ ਹੋਣਗੇ ਤਾਂ ਵੀ ਨਹੀਂ ਕਰੋਨਾ ਫੈਲਦਾ ਗਾ। ਸੋ ਨਿਯਮ ਆ ਜਿਹੜੇ ਜਿਸ ਤਰੀਕੇ ਦੇ ਬਣਾਏ ਗਏ, ਜਿਸ ਤਰੀਕੇ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ, ਇਹਨਾਂ ਦੇ ਉੱਤੇ ਆਮ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਉੱਠਦੇ ਆ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਕਰੋਨਾ ਦੇ ਨਿਯਮ ਪਹਿਲਾਂ ਤਾਂ ਸਾਡੇ ਮੰਤਰੀ ਸੰਤਰੀ ਆਪ ਬਣਨ, ਤੇ ਬਾਅਦ ਦੇ ਵਿੱਚ ਆਮ ਲੋਕਾਂ ਦੇ ਮੂਹਰੇ ਵੀ ਪ੍ਰੇਰਨਾ ਸਰੋਤ ਬਣ ਕੇ ਦੇਖੋ ਅਸੀਂ ਵੀ ਤਾਂ ਫੋਲੋ ਕਰਦੇ ਹਾਂ, ਤੁਸੀਂ ਕਿਉਂ ਨਹੀਂ ਫੋਲੋ ਕਰਦੇ। ਪਰ ਲੋਕ ਇਹ ਗੱਲ ਕਹਿੰਦੇ ਵੀ ਜੇ ਤਾਂ ਅੱਜ ਕਿਸੇ ਮੰਤਰੀ ਦੀ ਕੁੜੀ ਦਾ ਜਾਂ ਪੁੱਤ ਦਾ ਵਿਆਹ ਹੋਵੇ, ਉੱਥੇ ਭਾਵੇਂ 1000 ਬੰਦਾ ਸੱਦ ਲਓ, ਉੱਥੇ ਕਰੋਨਾ ਹੈ ਨਹੀਂਗਾ। ਤੇ ਜੇਕਰ ਆਮ ਮਾਤੜ ਬੰਦਾ ਕੋਈ 20 ਤੋਂ 21ਵਾਂ ਬੰਦਾ ਕਰ ਲੂਗਾ, ਫਿਰ ਉੱਥੇ ਕਰੋਨਾ ਆ ਜਾਂਦਾ। ਸੋ ਇਸ ਕਰਕੇ ਲੋੜਾਂ ਇਸ ਵਕਤ ਇਸ ਤਰ੍ਹਾਂ ਦੀਆਂ ਕਿ ਸਾਰੇ ਜਿਹੜੇ ਲੋਕ ਆ ਉਹ ਬਰਾਬਰ ਨਿਯਮਾਂ ਦਾ ਪਾਲਣ ਕਰਨ, ਭਾਵੇਂ ਹੋਵੇ ਮੁੱਖ ਮੰਤਰੀ ਤੇ ਭਾਵੇਂ ਹੋਵੇ ਅਧਿਕਾਰੀ ਤੇ ਭਾਵੇਂ ਕੋਈ ਰਿਕਸ਼ਾ ਚਾਲਕ ਹੋਵੇ ਤੇ ਭਾਵੇਂ ਕੋਈ ਮੇਰੇ ਵਰਗਾ ਹੋਵੇ, ਸਭ ਦੇ ਲਈ ਕਰੋਨਾ ਇੱਕੋ ਜਿਹਾ, ਸਭ ਨੂੰ ਹੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਰਾਜਨੀਤੀ ਦੇ ਵਿੱਚ ਹਮੇਸ਼ਾ 2 ਤੇ 2 4 ਨਹੀਂ ਹੁੰਦੇ, ਸਿਆਣੇ ਇਹ ਗੱਲ ਕਹਿੰਦੇ ਆ। ਰਾਜਨੀਤੀ ਦੇ ਵਿੱਚ ਹਮੇਸ਼ਾ ਉਵੇਂ ਨਹੀਂ ਹੁੰਦਾ ਜਿਵੇਂ ਕਿ ਦਿਸਦਾ। ਰਾਜਨੀਤੀ ਦੇ ਵਿੱਚ ਰਾਤੋਂ ਰਾਤ ਨਹੀਂ, ਸਗੋਂ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਕੀ ਤੋਂ ਕੀ ਬਣ ਜਾਵੇ ਇਹਦੇ ਬਾਬਤ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ। ਆਮ ਲੋਕ ਤਾਂ ਇੱਕ ਮੋਹਰਾ, ਉਹਨਾਂ ਨੂੰ ਜਿੱਧਰ ਮਰਜ਼ੀ ਵਰਤ ਲਓ, ਜਿੱਧਰ ਮਰਜ਼ੀ ਨਾ ਵਰਤੋ। ਪਰ ਗੱਲ ਅਸਲ ਦੇ ਵਿੱਚ ਇਹ ਹੈ ਵੀ ਪਿੱਠ ਪਿੱਛੇ ਕੌਣ ਸਾਰੀਆਂ ਘਾੜਤਾਂ ਘੜਦਾ ਤੇ ਕਿਹੜੇ ਮਨੋਰਥ ਦੇ ਕਰਕੇ ਘੜੀਆਂ ਜਾਂਦੀਆਂ, ਉਦੋਂ ਪਤਾ ਲੱਗਦਾ ਵੀ ਭਾਈ ਆਹ ਕਾਰਨ ਸੀ, ਜਦੋਂ ਸਾਨੂੰ ਗਿਆਨ ਪੂਰਾ ਹੁੰਦਾ। ਕਿਉਂਕਿ ਮੈਂ ਹੈਰਾਨ ਹੁੰਦਾ ਇਸ ਗੱਲ ਦੇ ਉੱਤੇ, ਮੰਨ ਲਓ ਇੱਕ ਪਾਰਟੀ ਦੇ ਵੱਲੋਂ ਕਿਸੇ ਬੰਦੇ ਨੂੰ ਟਿਕਟ ਨਹੀਂ ਦਿੱਤੀ ਜਾਂਦੀ, ਟਿਕਟ ਦੇ ਪਿੱਛੇ ਉਹ ਬੰਦਾ ਬਹੁਤ ਔਲਦਾ, ਬੜਾ ਲੇਲੇ ਪੇਪੇ ਕਰਦਾ, ਬੜਾ ਪੂਛ ਹਿਲਾਉਂਦਾ, ਪਰ ਜਦੋਂ ਉੱਧਰੋਂ ਟਿਕਟ ਨਹੀਂ ਮਿਲਦੀ ਉਹ ਛਾਲ ਮਾਰ ਕੇ ਦੂਜੀ ਪਾਰਟੀ 'ਚ ਜਾਂਦਾ। ਉਹ ਨਾਲ ਦੀ ਨਾਲ ਇਹ ਗੱਲ ਕਹਿੰਦਾ ਵੀ ਸਾਡੀ ਪਾਰਟੀ ਦੇ ਵਿੱਚ ਬਹੁਤ ਗੰਦ ਪਿਆ ਸੀਗਾ, ਮੇਰਾ ਦਮ ਘੁੱਟ ਰਿਹਾ ਸੀ, ਮੈਂ ਇਸ ਕਰਕੇ ਇੱਧਰ ਆਇਆ। ਹਲਕੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਸੀ ਕਿ ਮੈਂ ਇੱਧਰਲੇ ਪਾਸੇ ਆ ਕੇ ਲੋਕਾਂ ਦੀ ਸੇਵਾ ਕਰਾਂ। ਨਾ ਉਹਨੇ ਪਹਿਲਾਂ ਵਾਲੇ ਪਾਸੇ ਸੇਵਾ ਕੋਈ ਕੀਤੀ ਹੁੰਦੀ ਹੈ, ਨਾ ਉਹਨੇ ਨਵੇਂ ਪਾਸੇ ਆ ਕੇ ਕੋਈ ਸੇਵਾ ਕਰਨੀ ਆ, ਪਰ ਉਹਨੇ ਸਿਰਫ ਰੌਲਾ ਪਾਉਣਾ। ਤੇ ਜਦੋਂ ਉਹ ਕਹਿੰਦੇ ਨਾ ਕਿ ਲੋਕਾਂ ਨੇ ਹੀ ਮੈਨੂੰ ਇਹ ਗੱਲ ਕਹੀ ਹੈ, ਇਹ ਲੋਕ ਨਹੀਂ ਹੁੰਦੇ, ਅਸਲ ਦੇ ਵਿੱਚ ਝੋਲੀ ਚੱਕ ਹੁੰਦੇ, ਜਿਹੜੇ 20-50 ਲੋਕ ਹੁੰਦੇ ਆ। ਲੋਕ ਤਾਂ ਇੱਕ ਹਲਕੇ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਹੁੰਦੇ ਆ। ਤੇ ਕਿਹੜਾ ਨੇਤਾ ਇਹੋ ਜਿਹਾ ਜਿਹਨੇ ਪਾਰਟੀ ਕਦੇ ਬਦਲਣ ਦੇ ਮੌਕੇ ਲੱਖਾਂ ਲੋਕਾਂ ਦੀ ਰਾਏ ਲਈ ਹੋਵੇ ਵੀ ਮੈਨੂੰ ਦੱਸੋ ਵੀ ਸਾਰੇ ਹਲਕੇ ਦੇ ਲੋਕ ਆਪਣੀ ਰਾਏ ਪੇਸ਼ ਕਰੋ ਕਿ ਕੀ ਮੈਂ ਛੜੱਪਾ ਮਾਰਾਂ ਜਾਂ ਨਾ ਮਾਰਾਂ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਇੱਕ ਧੰਦਾ, ਇਸ ਧੰਦੇ ਦੇ ਵਿੱਚ ਮੁਨਾਫਾ ਕਿੱਧਰੋਂ ਹੁੰਦਾ ਇਹਦੇ ਬਾਬਤ ਸੋਚਿਆ ਜਾਂਦਾ ਹੈ, ਪਰ ਇਹਨੂੰ ਸੇਵਾ ਦਾ ਨਾਂ ਦਿੱਤਾ ਹੋਇਆ। ਵਿਦੇਸ਼ਾਂ ਦੇ ਵਿੱਚ ਸੇਵਾ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਧੰਦੇ ਦੇ ਵਿੱਚ, ਪਰ ਸਾਡੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਰਾਜਨੀਤੀ ਦੇ ਧੰਦੇ ਨੂੰ ਸੇਵਾ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ। ਇਹਦੇ ਕਰਕੇ ਅਸੀਂ ਆਮ ਤੌਰ ਦੇ ਉੱਤੇ ਵੱਧ ਮਨ ਦੇ ਉੱਤੇ ਸੱਟ ਮਹਿਸੂਸ ਕਰਦੇ ਹਾਂ, ਤੇ ਇਹਦੇ ਕਰਕੇ ਰਾਜਨੀਤਿਕ ਲੋਕ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਆ। 1 ਸਾਲ ਹਾਲੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਪਿਆ, ਪਰ ਛੜੱਪੇ ਪਤਾ ਲੱਗਾ ਜੀ ਕਿ ਹੁਣੇ ਵੱਜਣੇ ਸ਼ੁਰੂ ਹੋ ਜਾਣੇ ਆ। ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਸੁਖਪਾਲ ਸਿੰਘ ਖਹਿਰਾ ਕਿਸੇ ਵੀ ਵੇਲੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਆ। ਵੱਡੀਆਂ ਖਬਰਾਂ ਆਈਆਂ ਮੀਡੀਆ ਦੇ ਵਿੱਚ ਕਿ ਖਹਿਰਾ ਸਾਹਿਬ ਆ ਜਿਹੜੇ, ਉਹਨਾਂ ਨੇ ਇੱਕ ਵਾਰ ਫਿਰ ਪਾਰਟੀ ਬਦਲ ਲੈਣੀ ਆ। ਉਹਨਾਂ ਨੇ ਕਾਂਗਰਸ ਤੋਂ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਤੋਂ ਬਾਅਦ ਆਪਣੀ ਪਾਰਟੀ, ਆਪਣੀ ਪਾਰਟੀ ਤੋਂ ਬਾਅਦ ਉਹ ਫਿਰ ਕਾਂਗਰਸ ਦੇ ਵਿੱਚ ਆ ਸਕਦੇ ਆ। ਇਹੋ ਜਿਹੀਆਂ ਕਨਸੂਆਂ ਪ੍ਰਾਪਤ ਹੋਈਆਂ। ਭਰੋਸੇਯੋਗ ਸੂਤਰ ਇਹ ਵੀ ਗੱਲ ਦੱਸਦੇ ਆ ਕਿ ਉਹਨਾਂ ਦੀ ਕਾਂਗਰਸ ਹਾਈਕਮਾਨ ਦੇ ਨਾਲ ਗੱਲਬਾਤ ਹੋ ਚੁੱਕੀ ਹੈ। ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਰੱਜ ਕੇ ਤਵਾ ਲਾਇਆ ਸੁਖਪਾਲ ਸਿੰਘ ਖਹਿਰਾ ਨੇ, ਪਰ ਬਾਅਦ ਦੇ ਵਿੱਚ ਉਹਨਾਂ ਨੇ ਥੋੜ੍ਹੀ ਜਿਹੀ ਚੁੱਪ ਜਿਹੀ ਵੱਟ ਲਈ, ਤੇ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਉੱਤੇ ਤਵਾ ਘੱਟ ਲੱਗਦਾ ਦੇਖਦੇ ਹਾਂ, ਕਿਉਂਕਿ ਉਹ ਬਾਕੀ ਵੱਖ-ਵੱਖ ਮੁੱਦਿਆਂ ਦੇ ਉੱਤੇ ਬੋਲਦੇ ਆ, ਪਰ ਉਹ ਕਾਂਗਰਸ ਦੇ ਬਾਰੇ ਬਹੁਤਾ ਨਹੀਂ ਬੋਲਦੇ। ਕਈ ਲੋਕ ਇਹ ਗੱਲ ਕਹਿੰਦੇ ਸੀ ਵੀ ਸ਼ਾਇਦ ਉਹ ਕਾਂਗਰਸ ਦੇ ਵਿੱਚ ਜਾਣਾ ਚਾਹੁੰਦੇ ਆ, ਇਸੇ ਕਰਕੇ ਉਹ ਹੁਣ ਘੱਟ ਬੋਲਦੇ ਆ ਸੱਤਾਧਾਰੀ ਧਿਰ ਪੰਜਾਬ ਦੇ ਬਾਰੇ। ਪਰ ਹੁਣ ਤਾਂ ਇਹ ਜਾਣਕਾਰੀ ਪੱਕੇ ਤੌਰ ਦੇ ਉੱਤੇ ਸਾਹਮਣੇ ਆਈ ਹੈ ਕਿ ਉਹ ਜਾ ਸਕਦੇ ਆ ਫਿਰ ਕਾਂਗਰਸ ਦੇ ਵਿੱਚ। ਕਾਂਗਰਸ ਦੇ ਵਿੱਚ ਉਹਨਾਂ ਦੀ ਫਿਰ ਗੱਲਬਾਤ ਬਣ ਜਾਣੀ ਆ, ਉਹਨਾਂ ਨੂੰ ਭੁਲੱਥ ਵਾਲੀ ਵਿਧਾਨ ਸਭਾ ਦੀ ਸੀਟ ਫਿਰ ਮਿਲ ਜਾਣੀ ਹੈ। ਤੇ ਜਿਹੜੇ ਭੁਲੱਥ ਤੋਂ ਪੂਰੀਆਂ ਤਿਆਰੀਆਂ ਖਿੱਚੀ ਫਿਰਦੇ ਸੀ ਵੀ ਭਾਈ ਮੈਨੂੰ ਟਿਕਟ ਮਿਲ ਜਾਣੀ ਹੈ 2022 ਦੇ ਵਿੱਚ, ਉਹਨਾਂ ਦੀਆਂ ਗਿਣਤੀਆਂ ਮਿਣਤੀਆਂ ਵਿਗੜ ਜਾਣੀਆਂ। ਉਹ ਹੁਣ ਕਾਂਗਰਸ ਦੇ ਖਿਲਾਫ ਬਗਾਵਤ ਕਰਨਗੇ ਜਾਂ ਕਿਸੇ ਹੋਰ ਪਾਰਟੀ ਦੇ ਵੱਲ ਮੂੰਹ ਕਰਨਗੇ ਵੀ ਭਾਈ ਮੇਰਾ ਇੱਧਰ ਦਮ ਘੁੱਟਦਾ ਸੀ, ਇਹ ਤਾਂ ਵਕਤ ਬਿਆਨ ਕਰੂਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ। ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਇਸ ਹਲਕੇ ਤੋਂ ਫਿਰ ਵਿਧਾਇਕ ਬਣਨ ਦੇ ਵਿੱਚ ਕਾਮਯਾਬ ਹੋ ਗਏ ਸਨ। ਖਹਿਰਾ ਦੇ ਆਮ ਆਦਮੀ ਪਾਰਟੀ ਹਾਈਕਮਾਨ ਨਾਲ ਰਾਜਨੀਤਿਕ ਸੰਬੰਧ ਵਧੀਆ ਨਾ ਰਹਿਣ ਕਰਕੇ ਉਹ ਆਪ ਨੂੰ ਛੱਡ ਕੇ ਨਵੀਂ ਰਾਜਨੀਤਿਕ ਪਾਰਟੀ ਪੰਜਾਬ ਏਕਤਾ ਪਾਰਟੀ ਹੋਂਦ ਦੇ ਵਿੱਚ ਲਿਆਏ ਸਨ। ਦੁਆਬਾ ਛੱਡ ਕੇ ਮਾਲਵੇ ਦੇ ਵਿੱਚ ਜਾ ਕੇ ਆਪਣੀ ਤਾਂਕ ਜਮਾਉਣ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਬਠਿੰਡਾ ਲੋਕ ਸਭਾ ਸੀਟ ਵੀ ਲੜੀ, ਪਰ ਉਹਨਾਂ ਦੇ ਹੱਥ ਕਾਮਯਾਬੀ ਨਹੀਂ ਲੱਗੀ। ਪਰ ਉਹਨਾਂ ਨੇ ਆਪਣੀ ਸਰਗਰਮ ਸਿਆਸਤ ਨੂੰ ਜਾਰੀ ਰੱਖਿਆ ਤੇ ਉਹਨਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਸਮੇਂ-ਸਮੇਂ ਤੇ ਯੋਗਦਾਨ ਪਾਇਆ। ਹਲਕਾ ਭੁਲੱਥ ਦੇ ਵਿਧਾਇਕ ਖਹਿਰਾ ਦੇ ਵੱਲੋਂ ਮੁੜ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦਾ ਪੂਰਾ ਮੂਡ ਬਣਾਇਆ ਜਾ ਚੁੱਕਿਆ, ਜਿਸ ਸੰਬੰਧੀ ਕਾਂਗਰਸ ਹਾਈਕਮਾਨ ਨਾਲ ਬਕਾਇਦਾ ਗੁਪਤ ਮੀਟਿੰਗਾਂ ਵੀ ਕੀਤੀਆਂ ਗਈਆਂ ਨੇ। ਖਹਿਰਾ ਦੇ ਨੇੜਲੇ ਸੂਤਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਖਹਿਰਾ ਨੂੰ
ਈਡੀ ਨੇ ਭਾਵੇਂ ਦੋਸ਼ੀ ਨਹੀਂ ਮੰਨਿਆ, ਫਿਲਹਾਲ ਖਹਿਰਾ ਨੂੰ ਈਡੀ 24 ਮਾਰਚ ਨੂੰ ਆਪਣਾ ਜਵਾਬ ਦਾਇਰ ਕਰਨ ਦੇ ਲਈ ਕਹਿ ਚੁੱਕੀ ਹੈ। ਉਸ ਤੋਂ ਬਾਅਦ ਉਹ ਮੁੜ ਸਰਗਰਮ ਰਾਜਨੀਤੀ ਵਿੱਚ ਕੁੱਦਣ ਵਾਲੇ ਨੇ। ਖਹਿਰਾ ਬਕਾਇਦਾ ਆਪਣੇ ਹਲਕਾ ਭੁਰੱਥ, ਜਿਸ ਨੂੰ ਉਹਨਾਂ ਦਾ ਖਾਨਦਾਨੀ ਅਸਰ ਰਸੂਖ ਵਾਲਾ ਹਲਕਾ ਮੰਨਿਆ ਜਾਂਦਾ ਹੈ, ਉਹਦੇ ਵਿੱਚ ਸਰਗਰਮ ਹੋ ਜਾਣਗੇ। ਖਹਿਰਾ ਕਿਸੇ ਵੀ ਮੰਚ ਦੇ ਉੱਤੇ ਕਾਂਗਰਸ ਕਸੂਰਵਾਰ ਹੁੰਦੇ ਵੀ ਕਾਂਗਰਸ ਖਿਲਾਫ ਆਪਣਾ ਮੂੰਹ ਖੋਲ੍ਹਣਾ ਮੁਨਾਸਬ ਨਹੀਂ ਸਮਝਦੇ, ਜੋ ਉਹਨਾਂ ਦੇ ਭਵਿੱਖ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦਾ ਵੱਡਾ ਸਬੂਤ ਮੰਨਿਆ ਜਾ ਰਿਹਾ। ਇਸ ਦੌਰਾਨ ਖਹਿਰਾ ਨੂੰ ਕਿਸੇ ਸਮੇਂ ਵੀ ਕਾਂਗਰਸ ਦੇ ਵਿੱਚ ਸ਼ਾਮਲ ਕਰਨ ਦਾ ਰਸਮੀ ਐਲਾਨ ਕਾਂਗਰਸ ਹਾਈਕਮਾਨ ਕਰ ਸਕਦੀ ਹੈ। ਕਾਂਗਰਸ ਹਾਈਕਮਾਨ ਵੀ ਇਹ ਗੱਲ ਨਹੀਂ ਭੁੱਲੀ ਕਿ ਖਹਿਰੇ ਤੋਂ ਬਿਨਾਂ ਕਾਂਗਰਸ ਦਾ ਕੋਈ ਹੋਰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਈ ਪਾਰਟੀਆਂ ਬਦਲੀਆਂ, ਤੇ ਜਦੋਂ ਉਹ ਫਿਰ ਪਾਰਟੀ ਬਦਲ ਕੇ ਕਾਂਗਰਸ ਦੇ ਵਿੱਚ ਆਉਣਗੇ, ਜਿਸ ਤਰੀਕੇ ਦੀਆਂ ਖਬਰਾਂ ਆਈਆਂ, ਉਸ ਤੋਂ ਬਾਅਦ ਲੋਕਾਂ ਦਾ ਇੱਕ ਹਿੱਸਾ ਪ੍ਰਤੀਕਿਰਿਆ ਕਿਹੋ ਜਿਹੀ ਦੇਊਗਾ, ਇਹਦੇ ਬਾਬਤ ਆਉਣ ਵਾਲਾ ਵਕਤ ਦੱਸੂਗਾ। ਹਾਲਾਂਕਿ ਲੋਕ ਥੋੜਾ ਕਚੇਰੀ ਚਿੱਤੇ ਰੱਖਦੇ ਹੁੰਦੇ ਆ, ਬਾਅਦ ਦੇ ਵਿੱਚ ਗੱਲ ਆਈ ਗਈ ਹੋ ਜਾਂਦੀ ਆ। ਬਹੁਤ ਵੱਡੇ ਵੱਡੇ ਨੇਤਾ ਜਿਹੜੇ ਉਹਨਾਂ ਨੇ ਪਾਰਟੀਆਂ ਬਦਲੀਆਂ, ਕੁਝ ਕੁ ਲੋਕਾਂ ਨੇ ਵਿਰੋਧ ਕੀਤਾ, ਬਾਅਦ ਦੇ ਵਿੱਚ ਗੱਲ ਫਿਰ ਆਈ ਗਈ ਹੋ ਜਾਂਦੀ ਹੈ। ਸੁਖਪਾਲ ਸਿੰਘ ਖਹਿਰਾ ਇੱਕ ਤੇਜ਼ ਤਰਾਰ ਨੇਤਾ, ਸੁਖਪਾਲ ਸਿੰਘ ਖਹਿਰਾ ਬਹੁਤ ਵਧੀਆ ਬੁਲਾਰਾ, ਸੁਖਪਾਲ ਸਿੰਘ ਖਹਿਰਾ ਨੇ ਕਮਾਲ ਕੀਤੀ ਸੀ ਜਦੋਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਸੀ। ਸੁਖਪਾਲ ਸਿੰਘ ਖਹਿਰਾ ਨੂੰ ਤਕਰੀਰ ਕਰਨੀ ਵੀ ਆਉਂਦੀ ਤੇ ਤੱਥਾਂ ਦੀ ਪੇਸ਼ਕਾਰੀ ਕਰਨੀ ਵੀ ਆਉਂਦੀ ਹੈ। ਇਹ ਸਾਰੀਆਂ ਗੱਲਾਂ ਉਹਨਾਂ ਦੇ ਪੱਖ ਦੇ ਵਿੱਚ ਜਾਂਦੀਆਂ, ਪਰ ਕਾਲੀ ਕਦਮੀ ਚੱਲ ਕੇ ਉਹਨਾਂ ਨੇ ਰਾਜਨੀਤੀ ਦੇ ਵਿੱਚ ਆਪਣਾ ਕੁਝ ਕੁ ਨੁਕਸਾਨ ਵੀ ਕੀਤਾ। ਆਪਾਂ ਇਹਦੇ ਬਾਰੇ ਵੀ ਜਾਣਦੇ ਹਾਂ। ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਵਿਗਾੜ ਪਿਆ, ਜਿਵੇਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਤੇ ਉਸ ਪਾਰਟੀ ਨੂੰ ਪਹਿਲੇ ਦਿਨੋਂ ਬਹੁਤਾ ਵੱਡਾ ਤੇ ਜ਼ਬਰਦਸਤ ਹੁੰਗਾਰਾ ਨਹੀਂ ਮਿਲਿਆ। ਇਸੇ ਕਰਕੇ ਸ਼ਾਇਦ ਉਹਨਾਂ ਨੇ ਆਪਣਾ ਮੂਡ ਬਦਲਿਆ ਹੋਵੇ ਕਿ ਕਾਂਗਰਸ ਦੇ ਵਿੱਚ ਠੀਕ ਹੈ। ਸੋ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਰੱਜ ਕੇ ਸੁਖਪਾਲ ਸਿੰਘ ਖਹਿਰਾ ਬੋਲਦੇ ਸੀ, ਪਰ ਅੱਜ ਕੱਲ੍ਹ ਉਹਨਾਂ ਨੇ ਬਹੁਤਾ ਬੋਲਣਾ ਛੱਡਿਆ ਹੋਇਆ। ਉਹ ਕਦੇ ਕਦਾਈ ਫੇਸਬੁੱਕ ਦੇ ਉੱਤੇ ਲਾਈਵ ਵੀ ਹੁੰਦੇ ਆ, ਪਰ ਗੱਲਬਾਤ ਖਤਮ ਕਰ ਦਿੰਦੇ ਆ। ਪਰ ਇਸ ਤੋਂ ਇਲਾਵਾ ਜੇ ਗੱਲ ਕਰਦੇ ਸੁਖਪਾਲ ਖਹਿਰਾ ਨੂੰ ਈਡੀ ਦੇ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਦੀ, ਵਿਧਾਨ ਸਭਾ ਦੇ ਵਿੱਚ ਵੀ ਇਹ ਮਾਮਲਾ ਗੂੰਜਾ ਜਦੋਂ ਹੁਣ ਬਜਟ ਸੈਸ਼ਨ ਜਿਹੜਾ ਸਮਾਪਤ ਹੋਇਆ ਪਿੱਛੇ ਜਾਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਠਿੱਠ ਕੀਤਾ ਗਿਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੀ ਚਮਤਕਾਰ ਕਰੂਗੀ। ਸੁਖਪਾਲ ਸਿੰਘ ਖਹਿਰਾ ਜੇਕਰ ਵਿਰੋਧੀ ਧਿਰ ਦੇ ਨੇਤਾ ਰਹਿੰਦੇ ਅੱਜ ਤੱਕ, ਤਾਂ ਮੰਨਿਆ ਜਾ ਸਕਦਾ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪੱਕੇ ਪੈਰੀਂ ਆ, ਕਿਉਂਕਿ ਬੋਲਣ ਵਾਲਾ ਬੰਦਾ ਉਹਨਾਂ ਦੇ ਕੋਲੇ ਇੱਕ ਬਹੁਤ ਜ਼ਬਰਦਸਤ ਸੀ। ਪਰ ਉਸ ਤੋਂ ਬਾਅਦ ਬਹੁਤ ਕੁਝ ਬਦਲਿਆ, ਕਿਉਂਕਿ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੀ ਧੜੇਬੰਦੀ ਹੋਈ। ਸੋ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਹੋ ਜਿਹਾ ਭਵਿੱਖ ਹੋਊਗਾ, ਇਹ ਵੀ ਵਕਤ ਬਿਆਨ ਕਰੂਗਾ। ਪਰ ਜੇਕਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿੱਚ ਆ ਜਾਂਦੇ ਆ, ਤਾਂ ਇਹ ਪਤਾ ਲੱਗੂਗਾ ਕਿ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੇ ਸੰਬੰਧ ਕਿੰਨੇ ਕੁ ਸੁਖਾਵੇਂ ਰਹਿੰਦੇ ਆ। ਉਹ ਜੇਕਰ ਭੁਲੱਥ ਹਲਕੇ ਤੋਂ ਚੋਣ ਲੜਦੇ ਤਾਂ ਬੀਬੀ ਜਗੀਰ ਕੌਰ ਦੇ ਨਾਲ ਹੀ ਮੁਕਾਬਲਾ ਹੁੰਦਾ ਜਾਂ ਕਿਸੇ ਹੋਰ ਦੇ ਨਾਲ ਹੁੰਦਾ। ਸੋ ਵਕਤ ਨੇ ਬਹੁਤ ਕੁਝ ਬਿਆਨ ਕਰਨਾ, ਹਾਲੇ ਸਮਾਂ ਕਾਫੀ ਪਿਆ। ਪਰ ਖਹਿਰਾ ਹੋਰਾਂ ਨੇ ਬਾਬਤ ਇਹ ਜਾਣਕਾਰੀ ਜ਼ਰੂਰ ਹੈ ਕਿ ਉਹਨਾਂ ਦੀ ਰਾਹੁਲ ਗਾਂਧੀ ਦੇ ਨਾਲ ਤੇ ਕਈ ਹੋਰ ਸੀਨੀਅਰ ਨੇਤਾਵਾਂ ਦੇ ਨਾਲ ਅੰਦਰ ਖਾਤੇ ਮੀਟਿੰਗ ਹੋ ਚੁੱਕੀ ਹੈ ਤੇ ਬਹੁਤ ਜਲਦ ਉਹ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਆ। ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨ ਆ ਜਿਹੜੇ, ਉਹ ਬੜੇ ਜੋਸ਼ ਦੇ ਵਿੱਚ ਹੈ, ਬੜੇ ਉਹ ਜਨੂਨ ਦੇ ਵਿੱਚ ਵੀ ਹੈ, ਤੇ ਉਹਨਾਂ ਦੇ ਵੱਲੋਂ ਬੜੀ ਸਪਸ਼ਟ ਤੇ ਆਰ-ਪਾਰ ਦੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ, ਜੋ ਮਰਜ਼ੀ ਹੋ ਜੇ। 23 ਮਾਰਚ ਨੂੰ ਯਾਨੀ ਕਿ ਲੰਘੇ ਕੱਲ੍ਹ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸੀ। ਫਾਂਸੀ ਦਾ ਰੱਸਾ ਉਹਨਾਂ ਨੇ ਕੱਲ੍ਹ ਵਾਲੇ ਦਿਨ ਚੁੰਮਿਆ ਸੀਗਾ। ਬੇਸ਼ੱਕ ਬਹੁਤ ਲੰਮਾ ਸਮਾਂ ਹੋ ਗਿਆ, ਪਰ ਉਹਨਾਂ ਦੇ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਅਸੀਂ ਕਦੇ ਭੁੱਲੇ ਵੀ ਨਹੀਂ ਤੇ ਕਦੇ ਭੁੱਲ ਵੀ ਨਹੀਂ ਸਕਦੇ। ਇਹ ਇੱਕ ਵੱਖਰੀ ਗੱਲ ਹੈ ਕਿ ਅਸੀਂ ਗੋਰੇ ਭਜਾਤੇ, ਪਰ ਸਾਡੇ ਉੱਤੇ ਆਪਣੀ ਹੀ ਚਮੜੀ ਵਾਲਿਆਂ ਨੇ ਕਬਜ਼ਾ ਕਰ ਲਿਆ, ਜਿਨ੍ਹਾਂ ਤੋਂ ਅਸੀਂ ਬਚ ਵੀ ਨਹੀਂ ਸਕਦੇ। ਪਹਿਲਾਂ ਅਸੀਂ ਗੋਰੇ ਭਜਾਏ ਸੀ, ਹੁਣ ਇਹਨਾਂ ਤੋਂ ਆਪਣੇ ਵਾਲਿਆਂ ਤੋਂ ਬਚਣ ਦੇ ਲਈ ਅਸੀਂ ਆਪ ਭੱਜ ਰਹੇ ਹਾਂ। 25 25 30 30 50 50 ਲੱਖ ਰੁਪਈਆ ਦੇ ਕੇ ਏਜੰਟਾਂ ਨੂੰ ਅਸੀਂ ਕਹਿੰਦੇ ਵੀ ਆਪ ਹੀ ਭੱਜ ਲਓ। ਹੁਣ ਇਹਨਾਂ ਨੂੰ ਕਿੱਥੇ ਭਜਾਵਾਂਗੇ, ਇਹ ਤਾਂ ਹੈ ਹੀ ਇੱਥੋਂ ਦੇ, ਇਹਨਾਂ ਦੀਆਂ ਜੜ੍ਹਾਂ ਹੀ ਇੱਥੇ ਆ। ਸੋ ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਲੰਘੇ ਕੱਲ੍ਹ ਬਹੁਤ ਵੱਡੇ ਪੱਧਰ ਦੇ ਉੱਤੇ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਨੌਜਵਾਨ ਪਹੁੰਚੇ। ਉਹਨਾਂ ਨੇ ਕਮਾਲ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਅਸਲ ਅਰਥਾਂ ਦੇ ਵਿੱਚ ਸਿਰਜਣ ਦੀ ਜ਼ਰੂਰਤ ਹੈ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਤੇ ਕੁੜੀਆਂ ਦੇ ਵੱਲੋਂ ਪਹੁੰਚ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਨੇ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਗੱਲ ਕਹੀ ਗਈ ਹੈ। ਇਸ ਮੌਕੇ ਦੇ ਉੱਤੇ ਨੌਜਵਾਨਾਂ ਵੱਲੋਂ ਮੰਚ ਤੋਂ ਲੈ ਕੇ ਸਾਰੇ ਪ੍ਰਬੰਧਾਂ ਨੂੰ ਖੁਦ ਸੰਭਾਲਿਆ ਗਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਿਹੜੇ ਲੋਕ ਇਹ ਗੱਲ ਕਹਿ ਰਹੇ ਸਨ ਕਿ ਬਾਰਡਰਾਂ ਦੇ ਉੱਤੇ ਵੇਲ ਪੈ ਚੁੱਕੀ ਹੈ, ਹੁਣ ਬਾਰਡਰਾਂ ਦੇ ਉੱਤੇ ਕਿਸਾਨ ਨਹੀਂ ਦਿਸਦੇ, ਹੁਣ ਪੰਡਾਲ ਖਾਲੀ ਹੋ ਚੁੱਕੇ ਨੇ, ਇੱਕਦਮ ਨੌਜਵਾਨਾਂ ਦਾ ਇੱਥੇ ਆਇਆ ਹੋਇਆ ਹੜ੍ਹ ਉਹਨਾਂ ਲੋਕਾਂ ਨੂੰ ਚੁੱਪ ਵੱਟਣ ਵਾਸਤੇ ਮਜਬੂਰ ਕਰ ਗਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 4 ਮਹੀਨੇ ਪੂਰੇ ਹੋਣ ਦੇ ਉੱਤੇ, ਯਾਨੀ ਕਿ 120 ਦਿਨ ਪੂਰੇ ਹੋਣ ਦੇ ਉੱਤੇ 26 ਮਾਰਚ ਨੂੰ ਪੂਰੇ ਭਾਰਤ ਨੂੰ ਬੰਦ ਕੀਤਾ ਜਾਵੇ ਤਾਂ ਜੋ ਕੇਂਦਰ ਦੀ ਸਰਕਾਰ ਨੂੰ ਥੋੜ੍ਹਾ ਬਹੁਤ ਸੇਕ ਲੱਗੇ।
ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਨੌਜਵਾਨ ਕਿਸਾਨ ਪਹੁੰਚੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਲਲਕਾਰਾ ਮਾਰਿਆ, ਕਹਿੰਦੇ ਆ ਕਿ ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦਾ ਫਿਕਰ ਜ਼ਰੂਰ ਪੈ ਗਿਆ ਵੀ ਭਾਰਤ ਬੰਦ ਆ ਜਿਹੜਾ ਉਹ ਜੇਕਰ 26 ਮਾਰਚ ਨੂੰ ਸਫਲ ਹੋ ਜਾਂਦਾ ਤਾਂ ਉਸ ਤੋਂ ਬਾਅਦ ਸਾਡੇ ਮੂਹਰੇ ਇੱਕ ਨਵੀਂ ਚੁਣੌਤੀ ਹੋਊਗੀ, ਕਿਉਂਕਿ ਜੇਕਰ ਇੱਕ ਦਿਨ ਦੀ ਹੜਤਾਲ ਕੋਈ ਵੀ ਮੁਲਾਜ਼ਮ ਵਰਗ ਕਰਦਾ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹਜ਼ਾਰਾਂ ਕਰੋੜ ਰੁਪਏ ਦਾ ਭਾਰਤ ਦਾ ਹੁੰਦਾ ਤੇ ਕਿਸਾਨਾਂ ਵੱਲੋਂ ਵੀ ਜੇਕਰ ਇਹ ਕੁਝ ਕੀਤਾ ਜਾਂਦਾ ਜਿਵੇਂ ਭਾਰਤ ਨੂੰ ਬੰਦ ਕਰ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਜਾਮ ਤੋਂ ਬਾਅਦ ਨਤੀਜੇ ਕੀ ਸਾਹਮਣੇ ਆਉਣਗੇ ਤਾਂ ਵਕਤ ਬਿਆਨ ਕਰੂਗਾ, ਪਰ ਇਹ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ। ਸੰਯੁਕਤ ਕਿਸਾਨ ਮੋਰਚੇ ਨੇ ਗੱਲ ਕਹੀ ਹੈ ਕਿ ਨਿੱਠ ਕੇ ਸਾਹਮਣੇ ਆਓ ਤੇ ਵੱਧ ਤੋਂ ਵੱਧ ਜਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੀਏ, ਸ਼ਾਂਤਮਈ ਤਰੀਕੇ ਦੇ ਨਾਲ ਪੂਰੇ ਭਾਰਤ ਨੂੰ ਬੰਦ ਕਰਨਾ ਹੈਗਾ ਤੇ ਕਿਸੇ ਵੀ ਪਾਸੇ ਅਸੀਂ ਕੋਈ ਵੀ ਐਮਰਜੈਂਸੀ ਚੀਜ਼ ਦੇ ਵਿੱਚ ਵਿਘਨ ਨਹੀਂ ਪਾਉਣਾ, ਯਾਨੀ ਕਿ ਸਕੂਲਾਂ ਦੀਆਂ ਵੈਨਾਂ ਹੋਣ ਜਾਂ ਇੱਥੇ ਐਂਬੂਲੈਂਸਾਂ ਹੋਣ ਜਾਂ ਪੁਲਿਸ ਦੀਆਂ ਗੱਡੀਆਂ ਹੋਣ, ਇਹਦੇ ਵਿੱਚ ਕੋਈ ਅੜਿੱਕਾ ਪੈਦਾ ਨਹੀਂ ਕਰਨਾ, ਪਰ ਉੱਦਾਂ ਪੂਰੇ ਭਾਰਤ ਨੂੰ ਬੰਦ ਕਰਕੇ ਅਸੀਂ ਕੇਂਦਰ ਦੀ ਸਰਕਾਰ ਤੱਕ ਸੁਨੇਹਾ ਪਹੁੰਚਾਉਣਾ ਕਿ ਜੇਕਰ ਇੱਕ ਦਿਨ ਦੇ ਲਈ ਸਵੇਰੇ 6 ਵਜੇ ਤੋਂ ਲੈ ਕੇ ਤੇ ਸ਼ਾਮੀ 6 ਵਜੇ ਤੱਕ ਕਿਸਾਨ ਆ ਜਿਹੜੇ, ਮਜ਼ਦੂਰ ਆ ਜਿਹੜੇ ਉਹ ਭਾਰਤ ਨੂੰ ਬੰਦ ਕਰ ਸਕਦੇ ਆ ਤਾਂ ਇਹ ਪੱਕੇ ਤੌਰ ਦੇ ਉੱਤੇ ਵੀ ਚੱਕਾ ਜਾਮ ਕਰ ਸਕਦੇ ਆ। ਇਸ ਕਰਕੇ ਹਾਲੇ ਵੀ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰ ਲਓ। ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।